हाँ जी, केपीएस सिविल सेवावां ਦੇ ਵਿੱਚ ਅਸੀਂ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਹੈ 23 ਮਈ 2022। ਰੋਜ਼ਾਨਾ ਦੀ ਤਰ੍ਹਾਂ ਖਬਰਾਂ ਦਾ ਜਿਹੜਾ ਸਿਲਸਿਲਾ ਸ਼ੁਰੂ ਕਰਦੇ ਹਾਂ। ਸੋ ਅੱਜ ਦੀ ਜਿਹੜੀ ਸਾਡੀ ਪਹਿਲੀ ਖਬਰ ਆਈ ਹੈ ਉਹ ਹੈ ਸੜਕ ਤੇ ਬੁਨਿਆਦੀ ਢਾਂਚਾ ਸੈਸ ਦੇ ਨਾਲ ਸੰਬੰਧਿਤ ਖਬਰ। ਕੀ ਆ ਉਹ ਜਾਣਦੇ ਆ ਪਹਿਲਾਂ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਐਤਵਾਰ ਨੂੰ ਕਿਹਾ ਹੈ ਕਿ ਸ਼ਨੀਵਾਰ ਨੂੰ ਐਲਾਨੀ ਗਈ ਪੈਟਰੋਲ ਅਤੇ ਡੀਜ਼ਲ ਦੇ ਵਿੱਚ ਡਿਊਟੀ ਦੇ ਵਿੱਚ ਸਾਰੀ ਜਿਹੜੀ ਕਟੌਤੀ ਹੈ ਪੈਟਰੋਲੀਅਮ ਉਤਪਾਦਾਂ ਤੇ ਲਗਾਏ ਗਏ ਜਿਹੜੇ ਟੈਕਸ ਹੈ ਟੈਕਸਾਂ ਤੇ ਸੜਕ ਅਤੇ ਬੁਨਿਆਦੀ ਢਾਂਚਾ ਦੇ ਬਾਹਰ ਤੋਂ ਕੀਤੀ ਗਈ ਹੈ। ਭਾਵ ਕਿ ਇਸ ਤੇ ਕੋਈ ਪ੍ਰਭਾਵ ਨਹੀਂ ਤੇ ਇਸ ਦੇ ਲਈ ਟੈਕਸ ਕਟੌਤੀ ਦਾ ਜਿਹੜਾ ਸਾਰਾ ਬੋਝ ਹੈ ਉਹ ਕੇਂਦਰ ਦੁਆਰਾ ਚੱਲਿਆ ਜਾ ਰਿਹਾ ਹੈ। ਹੁਣ ਦੇਖੋ ਜਿਹੜਾ ਵਿੱਤ ਸੰਬੰਧੀ ਐਕਟ ਹੈਗਾ ਇਹ 2018 ਤਹਿਤ ਭਾਰਤ ਸਰਕਾਰ ਨੇ ਇਸ ਦੀ ਧਾਰਾ 109 110 ਦੇ ਤਹਿਤ ਸੜਕ ਅਤੇ ਬੁਨਿਆਦੀ ਢਾਂਚਾ ਸੈਸ ਨਾਮ ਤੋਂ ਸ਼ੁਰੂ ਕੀਤਾ ਸੀਗਾ, ਜਿਸ ਨੂੰ ਉਕਤ ਐਕਟ ਦੀ 6ਵੀਂ ਅਨੁਸੂਚੀ ਵਿੱਚ ਦਰਸਾਏ ਗਏ ਅਨੁਸਾਰ ਵਿਸ਼ੇਸ਼ ਆਯਾਤ ਕੀਤੀਆਂ ਹੋਈਆਂ ਵਸਤਾਂ ਜਾਂ ਐਕਸਾਈਜ਼ ਯੋਗ ਜਿਹੜੀਆਂ ਵਸਤਾਂ ਹੈਗੀਆਂ ਇਹਨਾਂ ਤੇ ਇਕੱਤਰ ਕੀਤਾ ਜਾਵੇਗਾ, ਇਹਨਾਂ ਤੇ ਲਗਾਇਆ ਜਾਵੇਗਾ। ਉਕਤ ਸਮਾਨ ਮੋਟਰ ਸਪਿਰਿਟਸ ਜਿਨ੍ਹਾਂ ਨੂੰ ਆਮ ਤੌਰ ਤੇ ਪੈਟਰੋਲ ਅਤੇ ਹਾਈ ਸਪੀਡ ਡੀਜ਼ਲ ਆਇਲ ਦੇ ਨਾਲ ਜਾਣਿਆ ਜਾਂਦਾ ਹੈ। ਉਪਰੋਕਤ ਸੋਧ ਜਿਹੜੀ ਹੋਈ ਹੈ ਉਸ ਦੇ ਰਾਹੀਂ ਸੜਕ ਸੈਸ ਦਾ ਨਾਮ ਬਦਲ ਕੇ ਸੜਕ ਅਤੇ ਬੁਨਿਆਦੀ ਢਾਂਚਾ ਸੈਸ ਕਰ ਦਿੱਤਾ ਗਿਆ। ਸੜਕ ਅਤੇ ਬੁਨਿਆਦੀ ਢਾਂਚੇ ਦੀ ਜਿਹੜੀ ਪਰਿਭਾਸ਼ਾ ਹੈਗੀ ਹੈ CRFA ਦੀ ਤਰ੍ਹਾਂ ਸੜਕ ਦੀ ਪਹਿਲੀ ਪਰਿਭਾਸ਼ਾ ਦੇ ਮੁਕਾਬਲੇ ਚੌੜੀ ਹੈ। ਉਹਨਾਂ ਗਤੀਵਿਧੀਆਂ ਦੀ ਸੂਚੀ ਜੋ ਬੁਨਿਆਦੀ ਢਾਂਚੇ ਵਜੋਂ ਗਿਣੀਆਂ ਜਾਂਦੀਆਂ ਸੋਧੇ ਹੋਏ CRFA ਦੇ ਤਹਿਤ ਬਹੁਤ ਵਿਆਪਕ ਹੈ। ਫੰਡਾਂ ਦੀ ਵਰਤੋਂ ਵੱਖ-ਵੱਖ ਉਦੇਸ਼ਾਂ ਦੇ ਲਈ ਜਿਵੇਂ ਕਿ ਰਾਸ਼ਟਰੀ ਜਲ ਮਾਰਗਾਂ ਦੇ ਲਈ, ਗ੍ਰਾਮੀਣ ਸੜਕਾਂ ਦੇ ਲਈ, ਹੋਰ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੇ ਲਈ, ਅੰਤਰਰਾਜੀ ਕਨੈਕਟੀਵਿਟੀ ਆਦਿ ਦੇ ਲਈ ਕੀਤੀ ਜਾ ਸਕਦੀ ਹੈ। ਸੋ ਕੁਝ ਜਿਹੜਾ ਧਿਆਨਯੋਗ ਜ਼ਿਕਰ ਵਿਸ਼ਾ ਹੈ ਜਾਂ ਇਸ ਦਾ ਫੰਡ ਦਾ ਆਕਾਰ ਹੈ ਪਿਛਲੇ ਕੁਝ ਸਾਲਾਂ ਦੇ ਵਿੱਚ ਦੋ ਕਾਰਨਾਂ ਕਰਕੇ ਵਧਿਆ। ਉਹ ਕਿਹੜੇ ਇੱਕ ਤਾਂ ਹੈ ਲੇਵੀ ਦੀ ਰਕਮ ਦੇ ਵਿੱਚ ਵਾਧਾ ਕਰਨਾ, ਦੂਜਾ ਹੈ ਕਿ ਸੜਕ ਤੇ ਹੋਰ ਵਾਹਨ ਡੀਜ਼ਲ ਪੈਟਰੋਲ ਦੇ ਉਪਭੋਗਤਾਵਾਂ ਤੋਂ ਉਹਨਾਂ ਦੁਆਰਾ ਖਰਚ ਜਿਹੜੇ ਆ ਜਾਂ ਖਰੀਦੇ ਗਏ ਬਾਲਣ ਦੀ ਮਾਤਰਾ ਤੇ ਵਾਧੂ ਸੈਸ ਲਗਾ ਕੇ ਇਕੱਤਰ ਕੀਤੇ ਗਏ। ਸੋ ਇਸ ਕਰਕੇ ਇਹਨਾਂ ਦੇ ਵਿੱਚ ਵਾਧਾ ਹੋਇਆ ਹੈ। ਭਾਰਤ ਦੇ ਵਿੱਚ ਸੜਕ ਬੁਨਿਆਦੀ ਢਾਂਚੇ ਦੇ ਬਾਰੇ ਅਸੀਂ ਜਾਣਦੇ ਹਾਂ। ਸੋ ਭਾਰਤ ਦੇ ਵਿੱਚ 31 ਮਾਰਚ 2022 ਤੱਕ 62,15,797 ਕਿਲੋਮੀਟਰ ਦੇ ਤਹਿਤ ਤੋਂ ਵੱਧ ਸੜਕਾਂ ਦਾ ਜਿਹੜਾ ਨੈਟਵਰਕ ਹੈ ਇਹ ਜਿਹੜਾ ਹੈਗਾ ਇਸ ਦੇ ਨਾਲ ਕੀ ਹੋਇਆ ਕਿ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਭਾਰਤ ਦਾ ਜਿਹੜਾ ਦੂਜਾ ਜੋ ਸੜਕਾਂ ਦਾ ਜਿਹੜਾ ਭਾਰਤ ਦਾ ਅਮਰੀਕਾ ਸੰਯੁਕਤ ਰਾਜ ਅਮਰੀਕਾ ਤੋਂ ਬਾਅਦ ਦੁਨੀਆ ਦਾ ਦੂਜਾ ਜਿਹੜਾ ਹੈਗਾ ਵੱਡਾ ਸੜਕ ਨੈਟਵਰਕ ਹੈ। ਪ੍ਰਤੀ ਵਰਗ ਕਿਲੋਮੀਟਰ ਯਾਨੀ ਕਿ 1.90 ਕਿਲੋਮੀਟਰ ਜਾਂ 1.18 ਮੀਲ ਸੜਕਾਂ ਦੇ ਭਾਰਤ ਦੇ ਸੜਕ ਨੈਟਵਰਕ ਦੀ ਮਾਤਰਾਤਮਕ ਜਿਹੜੀ ਘਣਤਾ ਹੈਗੀ ਹੈ ਉਹ ਹਾਂਗਕਾਂਗ ਦੇ ਬਰਾਬਰ ਹੈ ਤੇ ਸੰਯੁਕਤ ਰਾਜ ਅਮਰੀਕਾ 0.71 ਕਿਲੋਮੀਟਰ ਜਾਂ 0.44 ਮੀਲ, ਚੀਨ ਦੀ ਅਸੀਂ ਦੇਖਿਆ ਜਾਵੇ 0.54 ਕਿਲੋਮੀਟਰ ਅਤੇ 0.34 ਮੀਲ। ਸੋ ਇਹ ਵਰਗ ਇਸ ਨਾਲੋਂ ਜਿਹੜੀ ਹੈਗੀ ਹੈ ਘਣਤਾ ਉਹ ਕਾਫੀ ਜ਼ਿਆਦਾ ਹੈ। ਆਪਣੀ ਵੱਡੀ ਆਬਾਦੀ ਦੇ ਅਨੁਕੂਲ ਭਾਰਤ ਦੇ ਵਿੱਚ ਪ੍ਰਤੀ 1000 ਲੋਕਾਂ ਦੇ ਪਿੱਛੇ 1.13 ਕਿਲੋਮੀਟਰ ਜਿਹੜੀ ਹੈਗੀ ਉਹ ਸੜਕਾਂ ਹੈ, ਜੋ ਕਿ ਸੰਯੁਕਤ ਰਾਜ ਅਮਰੀਕਾ ਨਾਲੋਂ 20.5 ਕਿਲੋਮੀਟਰ ਤੋਂ ਜਿਹੜੀ ਹੈ ਉਹ ਬਹੁਤ ਘੱਟ ਹੈ, ਪਰ ਚੀਨ ਦੇ 3.6 ਕਿਲੋਮੀਟਰ ਮੀਲ ਨਾਲੋਂ ਉੱਚ ਹੈ। ਸੋ ਸੜਕਾਂ ਦਾ ਜਿਹੜਾ ਭਾਰਤ ਦਾ ਨੈਟਵਰਕ ਹੈਗਾ ਉਹ ਉਸਦੇ 71% ਤੋਂ ਵੱਧ ਪਹਾੜੀ ਤੇ ਲਗਭਗ 85% ਜਿਹੜੀਆਂ ਯਾਤਰੀਆਂ ਉਹ ਇਸ ਆਵਾਜਾਈ ਨੂੰ ਲੈ ਕੇ ਜਾਂਦੇ ਆ। ਸੋ ਜਿਹੜਾ ਇੰਨਾ ਜ਼ਿਆਦਾ ਵੱਡਾ ਨੈਟਵਰਕ ਹੈ। ਸੋ ਇਹ ਸੀਗੀ ਜਿਹੜੀ ਅੱਜ ਦੀ ਸਾਡੀ ਪਹਿਲੀ ਖਬਰ ਆਈ ਹੈ ਸੜਕ ਅਤੇ ਬੁਨਿਆਦੀ ਢਾਂਚਾ ਸੈਸ ਨਾਲ ਸੰਬੰਧਿਤ। ਆਓ ਜੀ ਰੁਖ ਕਰਦੇ ਆ ਦੂਜੀ ਖਬਰ ਵੱਲ। ਦੂਜੀ ਖਬਰ ਹੈ ਪ੍ਰਧਾਨ ਮੰਤਰੀ ਗਤੀ ਸ਼ਕਤੀ ਨਾਲ ਰਿਲੇਟਡ। ਹੁਣ ਦੇਖੋ ਖਬਰ ਕੀ ਹੈ ਕਿ ਸਾਰੇ ਲੌਜਿਸਟਿਕ ਤੇ ਕਨੈਕਟੀਵਿਟੀ ਬੁਨਿਆਦੀ ਢਾਂਚੇ ਦੇ ਜਿਹੜੇ ਪ੍ਰੋਜੈਕਟ ਆ ਜਿਨ੍ਹਾਂ ਦੇ ਵਿੱਚ 500 ਕਰੋੜ ਤੋਂ ਵੱਧ ਨਿਵੇਸ਼ ਆ ਜਿਹੜਾ ਉਹ ਸ਼ਾਮਿਲ ਹੈ ਤੇ ਹੁਣ ਪ੍ਰਧਾਨ ਮੰਤਰੀ ਗਤੀ ਸ਼ਕਤੀ ਪਹਿਲ ਕਦਮੀ ਤਹਿਤ ਗਠਿਤ ਨੈਟਵਰਕ ਪਲੈਨਿੰਗ ਗਰੁੱਪ NPG ਰਾਹੀਂ ਹੋਣਗੇ ਤੇ ਵਿੱਤ ਮੰਤਰਾਲੇ ਨੇ ਜ਼ਰੂਰੀ ਹਦਾਇਤਾਂ ਜਿਹੜੀਆਂ ਜਾਰੀ ਕੀਤੀਆਂ
ਤੇ ਰਾਸ਼ਟਰੀ ਮਾਸਟਰ ਪਲਾਨ ਡਿਜੀਟਲ ਪਲੇਟਫਾਰਮ ਦੀ ਜਿਹੜੀ ਹੈ ਉਹ ਸਿਰਜਣਾ ਕੀਤੀ ਗਈ ਹੈ। ਹੁਣ ਦੇਖੋ, ਆਓ ਅਸੀਂ ਜਾਣਦੇ ਹਾਂ ਪ੍ਰਧਾਨ ਮੰਤਰੀ ਗਤੀ ਸ਼ਕਤੀ ਬਾਰੇ। ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਹੈਗਾ, ਜਿਸ ਨੂੰ 13 ਅਕਤੂਬਰ 2021 ਨੂੰ ਵੱਖ-ਵੱਖ ਆਰਥਿਕ ਜ਼ੋਨਾਂ ਨੂੰ ਮਲਟੀ ਮੋਡਲ ਕਨੈਕਟੀਵਿਟੀ ਬੁਨਿਆਦੀ ਢਾਂਚਾ ਪ੍ਰਦਾਨ ਕਰਨ ਦੇ ਲਈ ਇਸ ਦੀ ਸ਼ੁਰੂਆਤ ਕੀਤੀ ਗਈ ਸੀ। ਆਰਥਿਕ ਮਾਮਲਿਆਂ ਦੀ ਮੰਤਰੀ ਮੰਡਲ ਕਮੇਟੀ ਨੇ 21 ਅਕਤੂਬਰ 2021 ਨੂੰ ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਨੂੰ ਲਾਗੂ ਕਰਨ ਦੀ ਜਿਹੜੀ ਪ੍ਰਵਾਨਗੀ ਹੈ ਉਹ ਦੇ ਦਿੱਤੀ ਸੀ। ਹੁਣ ਦੇਖੋ, ਪ੍ਰਧਾਨ ਮੰਤਰੀ ਗਤੀ ਸ਼ਕਤੀ ਆਰਥਿਕ ਵਿਕਾਸ ਅਤੇ ਟਿਕਾਊ ਵਿਕਾਸ ਦੇ ਲਈ ਇੱਕ ਜਿਹੜਾ ਪ੍ਰਵਰਤਨਕਾਰੀ ਪਹੁੰਚ ਹੈ, ਪਹੁੰਚ ਨੂੰ 7 ਇੰਜਣਾਂ ਦੁਆਰਾ ਚਲਾਇਆ ਜਾਂਦਾ। ਉਹ ਕਿਹੜੇ ਹੈਗੇ ਆ? ਜਿਵੇਂ ਰੇਲਵੇ ਹੋ ਗਿਆ, ਸੜਕਾਂ, ਪੋਰਟ, ਜਲਮਾਰਗ ਹੋ ਗਿਆ, ਹਵਾਈ ਅੱਡੇ ਹੋ ਗਏ, ਮਾਸ ਟਰਾਂਸਪੋਰਟ ਸਿਸਟਮ ਹੋ ਗਿਆ, ਲੌਜਿਸਟਿਕ ਢਾਂਚਾ ਹੋ ਗਿਆ। ਸੋ ਇਹ ਸਾਰੇ 7 ਇੰਜਣ ਇਕਮੁੱਠ ਹੋ ਕੇ ਕੀ ਕਰਨਗੇ ਕਿ ਆਰਥਿਕਤਾ ਨੂੰ ਵਧਾਉਣਗੇ। ਇਹ ਇੰਜਣ ਊਰਜਾ ਸੰਚਾਰ, IT ਸੰਚਾਰ, ਜਿੰਨਾ ਵੀ ਹੈ, ਮਤਲਬ ਜਿਹੜੇ ਸੀਵਰੇਜ ਦਾ ਕੰਮ ਹੈ ਜਾਂ ਬੁਨਿਆਦੀ ਸਮਾਜਿਕ ਬੁਨਿਆਦੀ ਢਾਂਚੇ ਦੀਆਂ ਪੂਰਕ ਜਿਹੜੀਆਂ ਭੂਮਿਕਾਵਾਂ ਦੁਆਰਾ ਸਮਰਪਿਤ ਹੈ। ਹੁਣ ਇਹ ਪਹੁੰਚ ਸਵੱਛ ਊਰਜਾ ਅਤੇ ਸਾਬਕਾ ਪ੍ਰਯਾਸ ਦੁਆਰਾ ਸੰਚਾਲਿਤ ਹੈ। ਕੇਂਦਰ ਸਰਕਾਰ ਹੋ ਗਈ, ਰਾਜ ਸਰਕਾਰ ਅਤੇ ਨਿੱਜੀ ਖੇਤਰ ਦੇ ਮਿਲ ਕੇ ਯਤਨ, ਜਿਸ ਨਾਲ ਸਾਰਿਆਂ ਦੇ ਲਈ, ਖਾਸ ਤੌਰ ਤੇ ਨੌਜਵਾਨਾਂ ਦੇ ਲਈ ਵੱਡੀਆਂ ਨੌਕਰੀਆਂ ਤੇ ਉੱਦਮੀ ਮੌਕੇ ਜਿਹੜੇ ਉਹ ਪੈਦਾ ਹੁੰਦੇ ਆ। ਪ੍ਰਧਾਨ ਮੰਤਰੀ ਗਤੀ ਸ਼ਕਤੀ ਰਾਸ਼ਟਰੀ ਮਾਸਟਰ ਪਲਾਨ ਦੇ ਜਿਹੜੇ ਦਾਇਰੇ ਦੇ ਵਿੱਚ ਆਰਥਿਕ ਤਬਦੀਲੀ, ਨਿਰਵਿਘਨ ਮਲਟੀ ਮੋਡਲ ਕਨੈਕਟੀਵਿਟੀ ਹੋ ਗਿਆ, ਲੌਜਿਸਟਿਕ ਕੁਸ਼ਲਤਾ ਦੇ ਲਈ 7 ਇੰਜਣ ਜਿਹੜੇ ਉਹ ਸ਼ਾਮਿਲ ਹੋਣਗੇ, ਜਿਨ੍ਹਾਂ ਬਾਰੇ ਅਸੀਂ ਪੜ੍ਹ ਕੇ ਹਟੇ। ਸੋ ਇਸ ਵਿੱਚ ਗਤੀ ਸ਼ਕਤੀ ਮਾਸਟਰ ਪਲਾਨ ਅਨੁਸਾਰ ਕੀ ਹੋਊਗਾ ਕਿ ਰਾਜ ਜਿਹੜੀਆਂ ਸਰਕਾਰਾਂ ਉਹਨਾਂ ਵੱਲੋਂ ਵਿਕਸਿਤ ਬੁਨਿਆਦੀ ਢਾਂਚਾ ਜਿਹੜਾ ਉਹ ਸ਼ਾਮਿਲ ਹੋਏਗਾ। ਯੋਜਨਾਬੰਦੀ, ਵਿੱਤ ਪੋਸ਼ਣ, ਜਿਸ ਦੇ ਵਿੱਚ ਨਵੀਨਕਾਰੀ ਤਰੀਕਿਆਂ ਦੇ ਨਾਲ ਟੈਕਨੋਲੋਜੀ ਦੀ ਵਰਤੋਂ ਹੋਏਗੀ ਤੇ ਤੇਜ਼ੀ ਦੇ ਨਾਲ ਲਾਗੂ ਕਰਨ ਤੇ ਧਿਆਨ ਜਿਹੜਾ ਇਸ ਤੇ ਫੋਕਸ ਹੈ ਉਹ ਕੀਤਾ ਜਾਵੇਗਾ। ਹੁਣ ਨੈਸ਼ਨਲ ਇਨਫਰਾਸਟ੍ਰਕਚਰ ਪਾਈਪਲਾਈਨ ਦੇ ਵਿੱਚ ਇਹਨਾਂ 7 ਇੰਜਣਾਂ ਨਾਲ ਸੰਬੰਧਿਤ ਪ੍ਰੋਜੈਕਟਾਂ ਨੂੰ ਪ੍ਰਧਾਨ ਮੰਤਰੀ ਗਤੀ ਸ਼ਕਤੀ ਫਰੇਮਵਰਕ ਦੇ ਨਾਲ ਜੋੜਿਆ ਜਾਏਗਾ। ਮਾਸਟਰ ਪਲਾਨ ਦਾ ਟੋਨ ਵਿਸ਼ਵ ਪੱਧਰ ਤੇ ਆਧੁਨਿਕ ਬੁਨਿਆਦੀ ਢਾਂਚੇ ਅਤੇ ਆਵਾਜਾਈ ਦੇ ਵੱਖ-ਵੱਖ ਢੰਗਾਂ, ਲੋਕਾਂ, ਵਸਤਾਂ ਦੋਨਾਂ ਦੇ ਰਾਹੀਂ ਅਤੇ ਪ੍ਰੋਜੈਕਟਾਂ ਦੇ ਟਿਕਾਣਿਆਂ ਦੇ ਵਿੱਚ ਲੌਜਿਸਟਿਕ ਤਾਲਮੇਲ ਇਹਦੇ ਨਾਲ ਕੀ ਹੋਏਗਾ, ਉਤਪੰਨ ਹੋਏਗਾ। ਇਹ ਉਤਪਾਦਕਤਾ ਨੂੰ ਵਧਾਉਣ ਦੇ ਲਈ ਤੇ ਆਰਥਿਕ ਵਿਕਾਸ ਨੂੰ ਤੇਜ਼ ਕਰਨ ਦੇ ਵਿੱਚ ਕੀ ਹੈ, ਇਹ ਮਦਦ ਕਰੇਗਾ। ਸੋ ਇਸ ਯੋਜਨਾ ਨੂੰ ਬੇਸਾਗ ਯਾਨੀ ਕਿ ਭਾਸਕਰਾਚਾਰਿਆ ਨੈਸ਼ਨਲ ਇੰਸਟੀਚਿਊਟ ਫਾਰ ਸਪੇਸ ਐਪਲੀਕੇਸ਼ਨਸ ਐਂਡ ਜਿਓ ਇਨਫਾਰਮੈਟਿਕਸ ਵੱਲੋਂ ਡਿਜੀਟਲ ਮਾਸਟਰ ਪਲਾਨਿੰਗ ਟੂਲ ਵਜੋਂ ਵਿਕਸਿਤ ਕੀਤਾ ਗਿਆ ਤੇ ਇਸ ਨੂੰ ਡਾਇਨਾਮਿਕ ਜਿਹੜੀ ਹੈ ਇਨਫੋਰਮੇਸ਼ਨ ਸਿਸਟਮ ਯਾਨੀ ਕਿ GIS ਪਲੇਟਫਾਰਮ ਦੇ ਵਿੱਚ ਤਿਆਰ ਕੀਤਾ ਗਿਆ, ਜਿਸ ਦੇ ਵਿੱਚ ਸਾਰੇ ਮੰਤਰਾਲਿਆਂ ਤੇ ਵਿਭਾਗਾਂ ਦੇ ਖਾਸ ਕਾਰਜ ਪਲਾਨ ਦੇ ਡੇਟਾ ਨੂੰ ਇੱਕ ਵਿਆਪਕ ਪੱਧਰ ਤੇ ਡੇਟਾਬੇਸ ਦੇ ਵਿੱਚ ਸ਼ਾਮਿਲ ਕੀਤਾ ਗਿਆ। ਹੁਣ ਦੇਖੋ, ਰੀਅਲ ਟਾਈਮ ਅਪਡੇਸ਼ਨ ਵਾਲੇ ਸਾਰੇ ਬੁਨਿਆਦੀ ਢਾਂਚਾ ਜਿਹੜੇ ਪ੍ਰੋਜੈਕਟਾਂ ਦੀ ਡਾਇਨਾਮਿਕ ਮਾਪਿੰਗ ਹੈ ਉਹ ਵਿਸਾਗ ਐਨ ਵੱਲੋਂ ਵਿਕਸਿਤ ਕੀਤੇ ਗਏ ਜਿਹੜੇ ਨਕਸ਼ੇ ਰਾਹੀਂ ਪ੍ਰਦਾਨ ਕੀਤੀ ਜਾਵੇਗੀ। ਨਕਸ਼ੇ ਨੂੰ ਓਪਨ ਸੋਰਸ ਟੈਕਨੋਲੋਜੀਆਂ ਤੇ ਬਣਾਇਆ ਜਾਵੇਗਾ ਤੇ ਮੇਘਰਾਜ ਯਾਨੀ ਕਿ ਭਾਰਤ ਸਰਕਾਰ ਦੇ ਕਲਾਊਡ ਤੇ ਸੁਰੱਖਿਅਤ ਢੰਗ ਦੇ ਨਾਲ ਉਹ ਹੋਸਟ ਕੀਤਾ ਜਾਏਗਾ। ਹੁਣ ਇਹ ਇਸਰੋ ਤੋਂ ਉਪਲਬਧ ਸੈਟੇਲਾਈਟ ਤਸਵੀਰਾਂ ਜਿੰਨੀਆਂ ਵੀ ਉਪਲਬਧ ਹੋਣਗੀਆਂ ਸਾਨੂੰ ਤੇ ਭਾਰਤ ਸਰਵੇਖਣ ਦੇ ਬੇਸ ਨਕਸ਼ਿਆਂ ਦੀ ਵਰਤੋਂ ਕਰੇਗਾ। ਵੱਖ-ਵੱਖ ਮੰਤਰਾਲਿਆਂ ਦੇ ਚੱਲ ਰਹੇ ਅਤੇ ਭਵਿੱਖ ਦੇ ਪ੍ਰੋਜੈਕਟਾਂ ਦੇ ਵਿਆਪਕ ਡੇਟਾਬੇਸ ਨੂੰ 200 ਤੋਂ ਵੱਧ GIS ਪਰਤਾਂ ਦੇ ਨਾਲ ਜੋੜਿਆ ਜਾਵੇਗਾ, ਕਨੈਕਟ ਕੀਤਾ ਜਾਵੇਗਾ, ਜਿਸ ਦੇ ਨਾਲ ਸਾਂਝੇ ਵਿਜ਼ਨ ਦਾ ਬੁਨਿਆਦੀ ਢਾਂਚਾ ਪ੍ਰੋਜੈਕਟਾਂ ਦੀ, ਚਾਹੇ ਉਹ ਡਿਵੀਜ਼ਨ ਹੈ ਚਾਹੇ ਉਹ ਵਿਉਂਤਬੰਦੀ ਹੈ, ਉਸ ਨੂੰ ਲਾਗੂ ਕਰਨ ਦੇ ਵਿੱਚੋਂ ਵੀ ਸਹੂਲਤ ਹੈ ਜਿਹੜੀ ਉਹ ਮਿਲਦੀ ਹੈ। ਸੋ ਡਿਜੀਟਲ ਸਿਸਟਮ ਇੱਕ ਸੌਫਟਵੇਅਰ ਹੈਗਾ ਜਿੱਥੇ ਵਿਅਕਤੀਗਤ ਮੰਤਰਾਲਿਆਂ ਨੂੰ ਸਮੇਂ-ਸਮੇਂ ਤੇ ਆਪਣੇ ਡੇਟੇ ਨੂੰ ਅਪਡੇਟ ਕਰਨ ਦੇ ਲਈ ਵੱਖਰੀ ਯੂਜ਼ਰ ਪਛਾਣ ਯਾਨੀ ਕਿ ਲੌਗਇਨ ID ਜਿਹੜੀ ਉਹ ਦਿੱਤੀ ਜਾਵੇਗੀ, ਪ੍ਰਦਾਨ ਕੀਤੀ ਜਾਵੇਗੀ। ਸਾਰੇ ਵਿਅਕਤੀਗਤ ਮੰਤਰਾਲਿਆਂ ਦੇ ਅੰਕੜਿਆਂ ਨੂੰ ਇੱਕ ਪਲੇਟਫਾਰਮ ਦੇ ਵਿੱਚ ਏਕੀਕ੍ਰਿਤ ਕੀਤਾ ਜਾਵੇਗਾ ਜੋ ਯੋਜਨਾਬੰਦੀ, ਸਮੀਖਿਆ, ਨਿਗਰਾਨੀ ਦੇ ਲਈ ਉਪਲਬਧ ਹੋਵੇਗਾ। ਲੌਜਿਸਟਿਕ ਡਿਵੀਜ਼ਨ ਹੋ ਗਈ, ਵਣਜ ਹੋ ਗਿਆ, ਉਦਯੋਗ ਮੰਤਰਾਲਾ,
ਇਹਨਾਂ ਰਾਹੀਂ ਵਿਸਾਗ ਐਨ ਕੀ ਕਰੇਗਾ, ਸਾਰੇ ਹਿੱਤਧਾਰਕਾਂ ਨੂੰ ਸਿਸਟਮ ਦੇ ਵਿੱਚ ਉਹਨਾਂ ਦੀਆਂ ਲੋੜੀਂਦੀਆਂ ਪਰਤਾਂ ਬਣਾਉਣ ਦੇ ਲਈ ਤੇ ਅਪਡੇਟ ਕਰਨ ਦੇ ਲਈ ਜਾਂ ਐਪਲੀਕੇਸ਼ਨ ਪਰਫਾਰਮਿੰਗ ਇੰਟਰਫੇਸ ਦੇ ਰਾਹੀਂ ਆਪਣੇ ਡਾਟਾਬੇਸ ਨੂੰ ਅਪਡੇਟ ਕਰਨ ਦੇ ਵਿੱਚ ਸਹਾਇਤਾ ਕਰੇਗਾ, ਸੋ ਮਦਦ ਕਰੇਗਾ। ਸੋ ਇਹ ਸੀਗੀ ਸਾਡੀ ਅੱਜ ਦੀ ਦੂਜੀ ਖਬਰ, ਪ੍ਰਧਾਨ ਮੰਤਰੀ ਗਤੀ ਸ਼ਕਤੀ ਨਾਲ ਸੰਬੰਧਿਤ। ਆਓ ਜੀ ਰੁਖ ਕਰਦੇ ਹਾਂ ਸਾਡੀ ਅੱਜ ਦੀ ਤੀਜੀ ਖਬਰ ਵੱਲ। ਤੀਜੀ ਖਬਰ ਆਈ ਹੈ ਵਿਸ਼ਵ ਆਰਥਿਕ ਫੋਰਮ ਦੇ ਬਾਰੇ। ਆਓ ਪਹਿਲਾਂ ਖਬਰ ਬਾਰੇ ਜਾਣਦੇ ਹਾਂ। ਖਬਰ ਕੀ ਹੈ ਕਿ ਵਿਸ਼ਵ ਆਰਥਿਕ ਫੋਰਮ WEF ਦੀ ਇੱਕ ਦੁਰਲਭ ਬਸੰਤ ਰੁੱਤ ਦੀ ਸਾਲਾਨਾ ਮੀਟਿੰਗ ਦੇ ਲਈ ਇੱਥੇ ਲਗਭਗ 100 ਮੁੱਖ ਕਾਰਜਕਾਰੀ ਅਧਿਕਾਰੀਆਂ ਤੇ 1 ਦਰਜਨ ਤੋਂ ਵੱਧ ਸਰਕਾਰੀ ਨੇਤਾਵਾਂ ਦੇ ਨਾਲ ਇਸ ਸਵਿਸ ਸਿਟੀ ਰਿਜ਼ਲਟ ਕਸਬੇ ਦੇ ਵਿੱਚ ਭਾਰਤੀ ਦਲ ਜਦੋਂ ਮਹਾਮਾਰੀ ਦੇ ਨਾਲ ਲੜਨ ਤੇ ਨਿਵੇਸ਼ ਨੂੰ ਆਕਰਸ਼ਿਤ ਕਰਨ ਦੇ ਲਈ ਆਪਣੀ ਸਾਂਝੀ ਕਹਾਣੀ ਦੀ ਜਿਹੜੀ ਗੱਲ ਹੈ ਉਹਨਾਂ ਦੀ ਆਉਂਦੀ ਹੈ ਤਾਂ ਉਹ ਵਿਸ਼ਵਾਸ ਦੇ ਨਾਲ ਭਰ ਜਾਂਦਾ ਹੈ। ਹੁਣ ਦੇਖੋ ਆਰਥਿਕ ਪੱਖ, ਆਰਥਿਕ ਸੈਕਟਰ ਦੇ ਨਾਲ ਜਿਹੜੀ ਆਪਣੀ ਇਹ ਰਿਲੇਟਡ ਖਬਰ ਹੈ। ਹੁਣ ਕੀ ਹੈ, ਆਓ ਅਸੀਂ ਜਾਣਦੇ ਹਾਂ ਇਹ ਫੋਰਮ ਕੀ ਹੈ। ਵਿਸ਼ਵ ਆਰਥਿਕ ਫੋਰਮ ਦੇ ਬਾਰੇ ਵਰਲਡ ਇਕਨੋਮਿਕਸ ਫੋਰਮ ਜੋ ਕਿ ਇੱਕ ਅੰਤਰਰਾਸ਼ਟਰੀ ਗੈਰ ਸਰਕਾਰੀ ਲਿਵਿੰਗ ਸੰਸਥਾ ਜੋ ਕਿ ਕੋਲੋਨੀ ਕੈਟਨ ਆਫ ਜਨੀਵਾ ਸਵਿਟਜ਼ਰਲੈਂਡ ਦੇ ਵਿੱਚ ਸਥਿਤ ਹੈਗੀ ਹੈ। ਇਸ ਦੀ ਜਿਹੜੀ ਸਥਾਪਨਾ ਸੀ ਉਹ 24 ਜਨਵਰੀ 1971 ਨੂੰ ਜਰਮਨ ਇੰਜੀਨੀਅਰ ਤੇ ਅਰਥਸ਼ਾਸਤਰੀ ਕਲੋਸ ਸ਼ਵਾਗ ਦੁਆਰਾ ਕੀਤੀ ਗਈ ਸੀਗੀ। ਫਾਊਂਡੇਸ਼ਨ ਜੋ ਕਿ ਜ਼ਿਆਦਾਤਰ ਇਸ ਦੀਆਂ 1000 ਮੈਂਬਰ ਕੰਪਨੀਆਂ ਦੁਆਰਾ ਜਿਹੜੀ ਫੰਡਿੰਗ ਕੀਤੀ ਜਾਂਦੀ ਹੈ, ਖਾਸ ਤੌਰ ਤੇ 5 ਬਿਲੀਅਨ ਅਮਰੀਕੀ ਡਾਲਰਾਂ ਤੋਂ ਵੱਧ ਟਰਨਓਵਰ ਵਾਲੇ ਗਲੋਬਲ ਉਦਮ ਤੇ ਨਾਲ ਹੀ ਜਨਤਕ ਸਬਸਿਡੀਆਂ ਆਪਣੇ ਖੁਦ ਦੇ ਮਿਸ਼ਨ ਨੂੰ ਵਪਾਰਕ ਰਾਜਨੀਤਿਕ ਉਲਝੇਵਿਆਂ ਦੇ ਵਿੱਚ ਸ਼ਾਮਿਲ ਕਰਕੇ ਵਿਸ਼ਵ ਦੀ ਸਥਿਤੀ ਨੂੰ ਸੁਧਾਰਨ ਵਜੋਂ ਦੇਖਦੀ ਹੈ। ਸੋ ਅਕਾਦਮਿਕ ਅਤੇ ਸਮਾਜ ਦੇ ਤੌਰ ਤੇ ਜਾਂ ਹੋਰ ਨੇਤਾ ਗਲੋਬਲ ਖੇਤਰੀ ਪੱਖ ਦੇ ਨਾਲ ਸੰਬੰਧਿਤ ਜਾਂ ਉਦਯੋਗਿਕ ਏਜੰਡੇ ਨੂੰ ਇੱਕ ਨਵਾਂ ਰੂਪ ਦੇਣ ਦੇ ਲਈ ਸੋ WEF ਜ਼ਿਆਦਾਤਰ ਸਵਿਟਜ਼ਰਲੈਂਡ ਦੇ ਪੂਰਬੀ ਆਲਪ ਖੇਤਰ ਦੇ ਵਿੱਚ ਇੱਕ ਪਹਾੜੀ ਰਿਜ਼ਰਟ ਦਾਵੋਸ ਦੇ ਵਿੱਚ ਜਨਵਰੀ ਦੇ ਅੰਤ ਵਿੱਚ ਆਪਣੀ ਸਾਲਾਨਾ ਮੀਟਿੰਗ ਦੇ ਲਈ ਜਾਣਿਆ ਜਾਂਦਾ ਹੈ, ਫੇਮਸ। ਸੋ ਇਹ ਮੀਟਿੰਗ ਲਗਭਗ 3000 ਤਨਖਾਹ ਦੇਣ ਵਾਲੇ ਮੈਂਬਰਾਂ ਤੇ ਚੁਣੇ ਹੋਏ ਭਾਗੀਦਾਰਾਂ ਜਿਨ੍ਹਾਂ ਦੇ ਵਿੱਚ ਨਿਵੇਸ਼ਕ ਸ਼ਾਮਿਲ ਹੈ, ਕਾਰੋਬਾਰੀ ਨੇਤਾ, ਸਿਆਸੀ ਨੇਤਾ, ਅਰਥਸ਼ਾਸਤਰੀ, ਮਸ਼ਹੂਰ ਹਸਤੀਆਂ, ਪੱਤਰਕਾਰ ਜਿਹੜੇ ਉਹ ਸ਼ਾਮਿਲ ਹੈ ਨੂੰ 5 ਦਿਨ ਤੱਕ ਇਕੱਠੇ ਕੀਤਾ ਜਾਵੇਗਾ ਤਾਂ ਜੋ 500 ਸੈਸ਼ਨਾਂ ਦੇ ਵਿੱਚ ਵਿਸ਼ਵ ਵਿਆਪੀ ਜਿੰਨੇ ਵੀ ਮੁੱਦੇ ਹੈਗੇ ਆ ਉਹਨਾਂ ਤੇ ਕੀ ਹੈ ਕਿ ਵਿਚਾਰ ਕੀਤਾ ਜਾ ਸਕੇ ਤੇ ਕੋਈ ਸੋਲੂਸ਼ਨ ਆ ਜਿਹੜਾ ਉਹ ਸਰਵ ਸਹਿਮਤੀ ਦੇ ਨਾਲ ਕੱਢਿਆ ਜਾ ਸਕੇ। ਸੋ ਇਹ ਸੀਗੀ ਸਾਡੀ ਅੱਜ ਦੀ ਤੀਜੀ ਖਬਰ, ਯਾਨੀ ਕਿ ਵਿਸ਼ਵ ਆਰਥਿਕ ਫੋਰਮ ਦੇ ਨਾਲ ਸੰਬੰਧਿਤ। ਆਓ ਜੀ ਅਸੀਂ ਜਾਣਦੇ ਹਾਂ ਜੀ ਕੁਝ ਪ੍ਰਸ਼ਨਾਂ ਦਾ ਵੇਰਵਾ, ਜਿਵੇਂ ਕਿ ਅਸੀਂ ਉੱਪਰ ਜਿਹੜੇ 3 ਟੌਪਿਕ ਅੱਜ ਦੇ ਕਰੰਟ ਦੇ ਅਫੇਅਰ ਦੇ ਅਸੀਂ ਪੜ੍ਹ ਕੇ ਹਟੇ ਹਾਂ। ਸੋ ਸਾਡੀ ਜਿਹੜੀ ਪਹਿਲੀ ਖਬਰ ਸੀਗੀ ਉਸ ਨਾਲ ਜਿਹੜਾ ਪਹਿਲਾ ਪ੍ਰਸ਼ਨ ਸਾਡਾ ਜੁੜਦਾ ਹੈ ਉਹ ਹੈ ਕਿ ਭਾਰਤ ਦੇ ਵਿੱਚ ਸੜਕ ਨੈਟਵਰਕ ਦੇ ਸੰਬੰਧ ਵਿੱਚ ਹੇਠ ਦਿੱਤੇ ਕਥਨਾਂ ਤੇ ਵਿਚਾਰ ਕਰੋ। ਸੋ ਸਾਡੇ ਕੋਲ ਇੱਥੇ 2 ਵਿਕਲਪ ਹੈ ਜਿਹੜੇ ਉਹ ਆਏ ਹੈ। ਪਹਿਲਾ ਕੀ ਹੈ ਕਿ ਭਾਰਤ ਕੋਲ ਦੁਨੀਆ ਦਾ ਸਭ ਤੋਂ ਵੱਡਾ ਨੈਟਵਰਕ ਹੈ। ਦੂਜਾ ਕਿ ਭਾਰਤ ਦੇ ਵਿੱਚ ਰਾਸ਼ਟਰਾਂ ਵਿੱਚ ਸੜਕ ਦੀ ਸਭ ਤੋਂ ਵੱਧ ਮਾਤਰਾਤਮਕ ਜਿਹੜੀ ਹੈ ਘਣਤਾ ਹੈ। ਸੋ ਇਸ ਕਰਕੇ ਜਦੋਂ ਅਸੀਂ ਪੜ੍ਹਿਆ ਸੀਗਾ ਤਾਂ ਸੈਕੰਡ ਵਿਕਲਪ ਨਾਲ ਜਿਹੜੀ ਸਾਡੀ ਸਾਂਝ ਹੈ ਉਹ ਜੁੜਦੀ ਹੈ ਇੱਥੇ। ਸੋ ਸਾਡਾ ਜਿਹੜਾ ਆਨਸਰ ਹੈ, ਉੱਤਰ ਹੈਗਾ ਉਹ B ਸਹੀ ਹੋਏਗਾ ਇੱਥੇ। ਦੂਜਾ ਪ੍ਰਸ਼ਨ ਕੀ ਆਉਂਦਾ ਹੈ ਕਿ ਪ੍ਰਧਾਨ ਮੰਤਰੀ ਗਤੀ ਸ਼ਕਤੀ ਪਹਿਲਕਦਮੀ ਨੂੰ ਮਾਸਟਰ ਪਲਾਨ ਵਜੋਂ ਲਾਗੂ ਕੀਤਾ ਜਾ ਰਿਹਾ ਹੈ। ਸੋ 4 ਵਿਕਲਪ ਇੱਥੇ ਸਾਡੇ ਸਾਹਮਣੇ ਆਏ ਹੈ। ਪਹਿਲਾ ਹੈ ਉੱਚ ਗਤੀ ਰੇਲਵੇ ਨੈਟਵਰਕ ਨਾਲ ਸੰਬੰਧਿਤ, ਜਾਂ ਦੂਜਾ ਸਰਹੱਦੀ ਖੇਤਰਾਂ ਦੇ ਨਾਲ ਕਨੈਕਟੀਵਿਟੀ, ਜਾਂ ਮਲਟੀ ਮੋਡਲ ਕਨੈਕਟੀਵਿਟੀ ਢਾਂਚਾ, ਤੇ ਚੌਥਾ ਹੈ ਪ੍ਰਮੁੱਖ ਬੰਦਰਗਾਹਾਂ ਦਾ ਵਿਕਾਸ। ਸੋ ਇੱਥੇ ਜਦੋਂ ਅਸੀਂ ਖਬਰ ਪੜ੍ਹੀ ਸੀਗੀ ਤਾਂ ਇੱਥੇ ਕੀ ਸੀਗਾ ਕਿ ਇਸ ਨੂੰ ਪ੍ਰਮੁੱਖਤਾ ਯਾਨੀ ਕਿ ਸਾਡੇ C ਵਿਕਲਪ ਨੂੰ ਹੈ ਜਿਹੜਾ ਉਹ ਮਾਸਟਰ ਪਲਾਨ ਵਜੋਂ ਲਾਗੂ ਕੀਤਾ ਜਾ ਰਿਹਾ। ਸੋ ਮਲਟੀ ਮੋਡਲ ਕਨੈਕਟੀਵਿਟੀ ਢਾਂਚਾ ਸਾਡੇ ਦੂਸਰੇ ਪ੍ਰਸ਼ਨ ਦਾ ਸਹੀ ਉੱਤਰ ਹੋਏਗਾ। ਤੀਜਾ ਖਬਰ ਹੈਗੀ ਹੈ ਵਿਸ਼ਵ ਆਰਥਿਕ ਫੋਰਮ ਦੇ ਬਾਰੇ, ਯਾਨੀ ਕਿ ਵਰਲਡ ਇਕਨੋਮਿਕ ਫੋਰਮ ਨਾਲ ਸੰਬੰਧਿਤ। ਹੁਣ ਇਹ ਜਿਹੜਾ ਫੋਰਮ ਹੈ ਕਿ ਆਧਾਰਿਤ ਹੈ
ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੈ। ਕਿੱਥੇ ਦੀਆਂ ਜਿਹੜੀਆਂ ਬੈਠਕਾਂ ਉਹ ਹੁੰਦੀਆਂ, ਪੈਰਿਸ ਫਰਾਂਸ ਦੇ ਵਿੱਚ ਹੈ, ਲੰਡਨ ਬ੍ਰਿਟੇਨ ਚ ਹੈ, ਨਿਊਯਾਰਕ ਤੇ ਅਮਰੀਕਾ ਚ ਹੈ। ਸੋ ਇੱਥੇ ਜਦੋਂ ਅਸੀਂ ਪੜ੍ਹਿਆ ਸੀਗਾ ਤਾਂ ਜਨੇਵਾ ਸਵਿਟਜ਼ਰਲੈਂਡ ਦੇ ਵਿੱਚ ਹੀ ਪੜ੍ਹਿਆ ਸੀਗਾ ਕਿ ਜਿਹੜੀਆਂ ਮੀਟਿੰਗ ਹੈ ਉਹ ਹੁੰਦੀਆਂ। ਸੋ ਇਸ ਦੇ ਨਾਲ ਸਾਡੇ ਤੀਜੇ ਪ੍ਰਸ਼ਨ ਦਾ ਜਿਹੜਾ ਇਹ ਵਿਕਲਪ ਹੈਗਾ ਉਹ ਸਾਡਾ ਸਹੀ ਹੋਏਗਾ। ਸੋ ਇਸ ਦੇ ਨਾਲ ਹੀ ਸਾਡਾ ਅੱਜ ਦਾ ਜਿਹੜਾ ਖਬਰਾਂ ਦਾ ਸਿਲਸਿਲਾ ਉਹ ਖਤਮ ਹੁੰਦਾ ਹੈ। ਧੰਨਵਾਦ।